ਹਾਂਜੀ ETT ਦੀ ਆਪਣੀ ਅੱਜ 20 ਕਲਾਸ ਹੈ ਇਹ। ਇਸ ਤੋਂ ਪਹਿਲਾਂ ਆਪਣੀ 19 ਕਲਾਸਾਂ ਹੋ ਚੁੱਕੀਆਂ ਹਨ। ਜੇਕਰ ਤੁਸੀਂ ਉਹ ਨਹੀਂ ਦੇਖੀਆਂ ਤਾਂ ਉਹ ਜ਼ਰੂਰ ਦੇਖ ਲਓ ਜੀ। ਹਾਂਜੀ, ਇਸ ਕਲਾਸ ਵਿੱਚ ਆਪਾਂ ਗੱਲ ਕਰ ਰਹੇ ਹਾਂ 4.2 ਵਿਗਿਆਨ ਬਰਾਬਰੀਕਰਨ ਦੇ ਸਾਧਨ ਵਜੋਂ। ਅੱਜ ਦਾ ਟੋਪਿਕ ਆਪਣੇ ਇਹ ਹੈ ਜੀ, ਸਾਇੰਸ ਐਜ਼ ਏ ਟੂਲ ਫॉर ਇਕੁਇਟੀ। ਸ਼ੁਰੂ ਕਰਦੇ ਹਾਂ। ਵਿਗਿਆਨ ਬਰਾਬਰੀਕਰਨ ਦੇ ਸਾਧਨ ਵਜੋਂ 10 ਮਾਰਕਸ ਦਾ ਕੁਐਸਚਨ ਆ ਸਕਦਾ ਜੀ। ਵਿਗਿਆਨ ਬਰਾਬਰੀਕਰਨ ਦੇ ਸਾਧਨ ਵਜੋਂ ਕਿਵੇਂ ਹੈ, ਇਸ ਬਾਰੇ ਦੱਸੋ, ਵਿਸਤਾਰ ਨਾਲ ਦੱਸੋ। ਇਸ ਤਰ੍ਹਾਂ ਦਾ ਕੁਐਸਚਨ ਬਣੂਗਾ। ਵਰਤਮਾਨ ਸਮੇਂ ਵਿੱਚ ਬਰਾਬਰਤਾ ਬਹੁਤ ਹੀ ਅਹਿਮ ਮਸਲਾ ਹੈ। ਇਸ ਨੂੰ ਪ੍ਰਾਪਤ ਕਰਨਾ ਸਾਡਾ ਉਦੇਸ਼ ਅਤੇ ਸੰਵਿਧਾਨਿਕ ਜ਼ਿੰਮੇਵਾਰੀ ਹੈ। ਇਸ ਖੇਤਰ ਵਿੱਚ ਅਸੀਂ ਪਹਿਲਾਂ ਦੇ ਮੁਕਾਬਲੇ ਕੁਝ ਸਫਲਤਾ ਜ਼ਰੂਰ ਪ੍ਰਾਪਤ ਕੀਤੀ ਹੈ, ਪਰ ਹਾਲੇ ਵੀ ਬਹੁਤ ਕੁਝ ਕਰਨ ਵਾਲਾ ਬਾਕੀ ਹੈ ਜੀ। ਵਿਗਿਆਨ ਦੀ ਸਿੱਖਿਆ ਬਰਾਬਰੀਕਰਨ ਦੇ ਵਿੱਚ ਅਹਿਮ ਭੂਮਿਕਾ ਨਿਭਾ ਸਕਦੀ ਹੈ ਅਤੇ ਸਮਾਜਿਕ ਆਰਥਿਕ ਪਾੜੇ ਨੂੰ ਖਤਮ ਕਰਨ ਵਿੱਚ ਸਾਡੀ ਸਹਾਇਤਾ ਕਰ ਸਕਦੀ ਹੈ। ਵਿਗਿਆਨ ਦਾ ਗਿਆਨ ਲਿੰਗ ਭੇਦ, ਧਰਮ, ਜਾਤੀ ਅਤੇ ਖੇਤਰਵਾਦ ਪ੍ਰਤੀ ਸਾਡੀ ਪੱਖਪਾਤੀ ਸੋਚ ਨੂੰ ਬਦਲ ਸਕਦਾ ਹੈ। ਇਹ ਵਿਦਿਆਰਥੀਆਂ ਵਿੱਚ ਨਾ ਬਰਾਬਰੀ ਨਾਲ ਸੰਬੰਧਿਤ ਸਮਾਜਿਕ ਧਾਰਨਾਵਾਂ, ਵਿਸ਼ਵਾਸਾਂ ਅਤੇ ਅਮਲਾਂ ਵਿਰੁੱਧ ਪ੍ਰਸ਼ਨ ਉਠਾਉਣ ਦੀ ਸਮਰੱਥਾ ਦਾ ਵਿਕਾਸ ਕਰਦਾ ਹੈ। ਕਿਸੇ ਵੀ ਵਿਦਿਆਰਥੀ ਦੀਆਂ ਸਮਰੱਥਾਵਾਂ ਦਾ ਪੂਰਾ ਵਿਕਾਸ ਬਰਾਬਰੀ ਵਾਲੀ ਵਿੱਦਿਅਕ ਵਿਵਸਥਾ ਵਿੱਚ ਹੀ ਹੋ ਸਕਦਾ ਹੈ। ਬਰਾਬਰੀ ਵਾਲੀ ਵਿਵਸਥਾ ਵਿੱਚ ਹੀ ਹਰ ਬੱਚੇ ਲਈ ਗੁਣਵੱਤਾ ਭਰੀ ਸਿੱਖਿਆ ਯਕੀਨੀ ਹੋ ਸਕਦੀ ਹੈ, ਜਿਸ ਵਿੱਚ ਉਹਨਾਂ ਦੇ ਗਿਆਨ ਅਤੇ ਹੁਨਰਾਂ ਦਾ ਵਿਕਾਸ ਹੁੰਦਾ ਹੈ। ਉਹ ਸਮਾਜ ਵਿੱਚ ਇੱਕ ਜ਼ਿੰਮੇਵਾਰ ਨਾਗਰਿਕ, ਕਿਰਤੀ ਮਾਤਾ-ਪਿਤਾ ਅਤੇ ਲੀਡਰ ਵਜੋਂ ਆਪਣੀ ਭੂਮਿਕਾ ਨਿਭਾ ਸਕਦੇ ਹਨ ਅਤੇ ਅਗਲੀਆਂ ਪੀੜ੍ਹੀਆਂ ਲਈ ਰੋਲ ਮਾਡਲ ਬਣ ਸਕਦੇ ਹਨ। ਇਸ ਦੁਆਰਾ ਵਿਦਿਆਰਥੀ ਆਪਣੀ ਪੂਰੀ ਸਮਰੱਥਾ ਦਾ ਵਿਕਾਸ ਕਰਦੇ ਹੋਇਆ ਆਪਣੇ ਵਿੱਦਿਅਕ ਟੀਚਿਆਂ ਨੂੰ ਪ੍ਰਾਪਤ ਕਰ ਸਕਦਾ ਜੀ। ਹਾਂਜੀ, ਜੋ ਆਪਣਾ ਪਹਿਲਾ ਪੈਰਾ ਹੈ, ਇਸ ਵਿੱਚ ਆਪਾਂ ਪੜ੍ਹਿਆ ਹੈ ਵਰਤਮਾਨ ਸਮੇਂ ਵਿੱਚ ਬਰਾਬਰਤਾ ਬਹੁਤ ਹੀ ਅਹਿਮ ਮਸਲਾ ਹੈ। ਹਰ ਕੋਈ ਚਾਹੁੰਦਾ ਹੈ ਕਿ ਉਸ ਨੂੰ ਬਰਾਬਰਤਾ ਮਿਲੇ। ਇਸ ਨੂੰ ਪ੍ਰਾਪਤ ਕਰਨਾ ਸਾਡਾ ਉਦੇਸ਼ ਅਤੇ ਸੰਵਿਧਾਨਿਕ ਜ਼ਿੰਮੇਵਾਰੀ ਵੀ ਹੈ। ਇਸ ਖੇਤਰ ਵਿੱਚ ਅਸੀਂ ਪਹਿਲਾਂ ਦੇ ਮੁਕਾਬਲੇ ਕੁਝ ਸਫਲਤਾ ਜ਼ਰੂਰ ਪ੍ਰਾਪਤ ਕੀਤੀ ਹੈ ਜੀ, ਪਰ ਹਾਲੇ ਵੀ ਬਹੁਤ ਕੁਝ ਕਰਨਾ ਬਾਕੀ ਹੈ। ਵਿਗਿਆਨ ਦੀ ਸਿੱਖਿਆ ਬਰਾਬਰੀਕਰਨ ਵਿੱਚ ਅਹਿਮ ਭੂਮਿਕਾ ਨਿਭਾ ਸਕਦੀ ਹੈ ਅਤੇ ਸਮਾਜਿਕ ਆਰਥਿਕ ਪਾੜੇ ਨੂੰ ਖਤਮ ਕਰਨ ਵਿੱਚ ਸਾਡੀ ਸਹਾਇਤਾ ਕਰ ਸਕਦੀ ਹੈ। ਵਿਗਿਆਨ ਦਾ ਗਿਆਨ ਲਿੰਗ ਭੇਦ, ਧਰਮ, ਜਾਤੀ ਅਤੇ ਖੇਤਰਵਾਦ ਪ੍ਰਤੀ ਸਾਡੀ ਪੱਖਪਾਤੀ ਸੋਚ ਨੂੰ ਬਦਲਦਾ ਹੀ। ਇਹ ਲਾਈਨ ਦੇਖੋ, ਵਿਗਿਆਨ ਦਾ ਜੋ ਗਿਆਨ ਹੈ ਉਹ ਸਾਡੀ ਲਿੰਗ ਭੇਦ, ਧਰਮ, ਜਾਤੀ ਅਤੇ ਖੇਤਰਵਾਦ ਪ੍ਰਤੀ ਸਾਡੀ ਪੱਖਪਾਤੀ ਜੋ ਸੋਚ ਹੈ ਉਸ ਨੂੰ ਬਦਲਦਾ ਹੈ। ਇਹ ਵਿਦਿਆਰਥੀਆਂ ਵਿੱਚ ਨਾ ਬਰਾਬਰੀ ਨਾਲ ਸੰਬੰਧਿਤ ਸਮਾਜਿਕ ਧਾਰਨਾਵਾਂ, ਵਿਸ਼ਵਾਸਾਂ ਅਤੇ ਅਮਲਾਂ ਵਿਰੁੱਧ ਪ੍ਰਸ਼ਨ ਉਠਾਉਣ ਦੀ ਸਮਰੱਥਾ ਦਾ ਵਿਕਾਸ ਕਰਦਾ ਹੈ। ਕਿਸੇ ਵੀ ਵਿਦਿਆਰਥੀ ਦੀਆਂ ਸਮਰੱਥਾਵਾਂ ਦਾ ਪੂਰਾ ਵਿਕਾਸ ਬਰਾਬਰੀ ਵਾਲੀ ਵਿੱਦਿਅਕ ਵਿਵਸਥਾ ਵਿੱਚ ਹੀ ਹੋ ਸਕਦਾ ਹੈ। ਬਰਾਬਰੀ ਵਾਲੀ ਵਿਵਸਥਾ ਵਿੱਚ ਹੀ ਹਰ ਬੱਚੇ ਲਈ ਗੁਣਵੱਤਾ ਭਰੀ ਸਿੱਖਿਆ ਯਕੀਨੀ ਹੋ ਸਕਦੀ ਹੈ, ਜਿਸ ਵਿੱਚ ਉਹਨਾਂ ਦੇ ਗਿਆਨ ਅਤੇ ਹੁਨਰਾਂ ਦਾ ਵਿਕਾਸ ਹੁੰਦਾ ਹੈ ਅਤੇ ਉਹ ਸਮਾਜ ਵਿੱਚ ਇੱਕ ਜ਼ਿੰਮੇਵਾਰ ਨਾਗਰਿਕ, ਕਿਰਤੀ ਮਾਤਾ-ਪਿਤਾ ਅਤੇ ਲੀਡਰ ਵਜੋਂ ਆਪਣੀ ਭੂਮਿਕਾ ਨਿਭਾ ਸਕਦੇ ਹਨ ਅਤੇ ਅਗਲੀਆਂ ਪੀੜ੍ਹੀਆਂ ਲਈ ਰੋਲ ਮਾਡਲ ਬਣ ਸਕਦੇ ਹਨ। ਇਸ ਦੁਆਰਾ ਵਿਦਿਆਰਥੀ ਆਪਣੀ ਪੂਰੀ ਸਮਰੱਥਾ ਦਾ ਵਿਕਾਸ ਕਰਦੇ ਹੋਇਆ ਆਪਣੇ ਵਿੱਦਿਅਕ ਟੀਚਿਆਂ ਨੂੰ ਪ੍ਰਾਪਤ ਕਰ ਸਕਦਾ ਹੈ। ਸਾਡੇ ਸਮਾਜ ਵਾਂਗ ਸਾਡੇ ਸਕੂਲ ਵੀ ਵਿਦਿਆਰਥੀਆਂ ਦੇ ਪੱਖ ਤੋਂ ਭਿੰਨਤਾਵਾਂ ਭਰੇ ਹਨ ਜੀ। ਵਿਦਿਆਰਥੀ ਆਪਣੇ ਪਿਛੋਕੜ, ਭਾਸ਼ਾ, ਧਰਮ, ਜਾਤੀ ਅਤੇ ਆਰਥਿਕਤਾ ਦੇ ਆਧਾਰ ਉੱਤੇ ਇੱਕ ਦੂਜੇ ਤੋਂ ਭਿੰਨ ਹੋ ਸਕਦੇ ਹਨ। ਸ਼੍ਰੇਣੀ ਵਿੱਚ ਕੁਝ ਵਿਦਿਆਰਥੀ ਪਹਿਲੀ ਪੀੜ੍ਹੀ ਦੇ ਸਿਖਿਆਰਥੀ ਵੀ ਹੋ ਸਕਦੇ ਹਨ, ਜਿਨ੍ਹਾਂ ਦੇ ਸਿੱਖਣ ਸੰਬੰਧੀ ਆਪਣੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਹ ਪੈਰਾ ਪਿਛਲੀ ਕਲਾਸ ਵਿੱਚ ਵੀ ਆਇਆ ਸਾਰਾ ਜੀ। ਇਹ ਸਾਰੇ ਕਾਰਕ ਵਿਦਿਆਰਥੀਆਂ ਵਿੱਚ ਨਾ ਬਰਾਬਰੀ ਦਾ ਕਾਰਨ ਬਣ ਸਕਦੇ ਹਨ। ਇਹ ਸਮੱਸਿਆ ਨਾਲ ਨਜਿੱਠਿਆ ਜਾ ਸਕਦਾ ਜੇਕਰ ਪਾਠਕ੍ਰਮ ਨੂੰ ਧਿਆਨ ਨਾਲ ਡਿਜ਼ਾਈਨ ਕੀਤਾ ਜਾਵੇ। ਪਾਠਕ੍ਰਮ ਅਜਿਹਾ ਹੋਵੇ ਜੀ ਜਿਹੜਾ ਸਥਾਨਿਕ ਵਾਤਾਵਰਨ ਅਤੇ ਸੱਭਿਆਚਾਰ ਨਾਲ ਬਹੁਤ ਨੇੜੇ ਤੋਂ ਜੁੜਿਆ ਹੋਵੇ ਜੀ। ਪੜ੍ਹਾਉਂਦੇ ਸਮੇਂ ਅਧਿਆਪਕ ਪੂਰੀ ਸੰਵੇਦਨਸ਼ੀਲਤਾ ਤੋਂ ਕੰਮ ਲੈਣ। ਸਕੂਲ ਦਾ ਮਾਹੌਲ ਅਜਿਹਾ ਹੋਵੇ ਜਿਸ ਵਿੱਚ ਵਿਭਿੰਨਤਾਵਾਂ ਦੀ ਕਦਰ ਕੀਤੀ ਜਾਂਦੀ ਹੋਵੇ। ਅਧਿਆਪਕ ਦੀ ਭਾਸ਼ਾ, ਪਾਠ ਸਮੱਗਰੀ, ਸ਼ਮੂਲੀਅਤ, ਜ਼ਿੰਮੇਵਾਰੀ ਦੀ ਵੰਡ ਕਰਨ ਦੀ ਪ੍ਰਕਿਰਿਆ ਅਜਿਹੀ ਹੋਵੇ ਜਿਸ ਵਿੱਚ ਹਰ ਵਿਦਿਆਰਥੀ ਦਾ ਸਤਿਕਾਰ ਅਤੇ ਸਵੈ-ਮਾਣ ਕਾਇਮ ਰਹਿ ਸਕੇ ਜੀ। ਕਈ ਵਾਰ ਸਾਡੀਆਂ ਪੂਰਵ ਧਾਰਨਾਵਾਂ ਦੀ ਵੀ ਨਾ ਬਰਾਬਰੀ ਦਾ ਕਾਰਨ ਬਣ ਜਾਂਦੀਆਂ ਨੇ। ਕਈ ਵਾਰ ਅਧਿਆਪਕ ਕਿਸੇ ਖਾਸ ਖੇਤਰ, ਜਾਤੀ, ਧਰਮ ਜਾਂ ਆਦਿ ਦੇ ਬੱਚਿਆਂ ਬਾਰੇ ਪੱਖਪਾਤੀ ਧਾਰਨਾਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਕਈ ਵਾਰ ਅਧਿਆਪਕ ਲੜਕੇ ਅਤੇ ਲੜਕੀਆਂ ਬਾਰੇ ਵੀ ਅਲੱਗ ਕਿਸਮ ਦੀਆਂ ਧਾਰਨਾਵਾਂ ਬਣਾ ਲੈਂਦੇ ਹਨ। ਇਸ ਖੇਤਰ ਵਿੱਚ ਹੋਈਆਂ ਖੋਜਾਂ ਦਰਸਾਉਂਦੀਆਂ ਹਨ ਕਿ ਵਿਗਿਆਨ ਦੀ ਸਿੱਖਿਆ ਵਿੱਚ ਦੋਵਾਂ ਦੀ ਪ੍ਰਾਪਤੀ ਬਰਾਬਰੀ ਹੁੰਦੀ ਹੈ। ਸੋ ਸ਼੍ਰੇਣੀ ਵਿੱਚ ਵਿਦਿਆਰਥੀਆਂ ਨੂੰ ਕੰਮ ਅਤੇ ਜ਼ਿੰਮੇਵਾਰੀਆਂ ਦੀ ਵੰਡ ਕਰਦੇ ਸਮੇਂ ਇਹ ਨਹੀਂ ਦੇਖਣਾ ਚਾਹੀਦਾ ਕਿ ਉਹ ਲੜਕਾ ਹੈ ਜਾਂ ਲੜਕੀ, ਸਗੋਂ ਉਸਦੀ ਦਿਲਚਸਪੀ ਅਤੇ ਯੋਗਤਾ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਵਿਗਿਆਨ ਕੁਦਰਤ ਦਾ ਅਧਿਐਨ ਹੈ।
ਇਸ ਵਿੱਚ ਕਿਸੇ ਤਰ੍ਹਾਂ ਦੇ ਪੱਖਪਾਤ ਜਾਂ ਨਾ ਬਰਾਬਰੀ ਦੀ ਕੋਈ ਸੰਭਾਵਨਾ ਨਹੀਂ ਹੈ, ਸਗੋਂ ਵਿਗਿਆਨ ਦੀ ਸਿੱਖਿਆ ਬਰਾਬਰੀ ਕਰਨ ਦਾ ਸਾਧਨ ਬਣ ਸਕਦੀ ਹੈ ਜੇਕਰ ਹੇਠ ਲਿਖੇ ਕੁਝ ਨਿਯੁਕਤਿਆਂ ਨੂੰ ਧਿਆਨ ਵਿੱਚ ਰੱਖਿਆ ਜਾਵੇ ਜੀ। ਜੋ ਉਸ ਦਾ ਪਹਿਲਾ ਪੁਆਇੰਟ ਹੈ, ਵਿਗਿਆਨ ਦੇ ਪਾਠਕ੍ਰਮ ਨੂੰ ਸਮਾਜਿਕ ਬਦਲਾਅ ਦੇ ਸਾਧਨ ਵਜੋਂ ਵਰਤਿਆ ਜਾਵੇ ਜੀ, ਤਾਂ ਜੋ ਸਮਾਜਿਕ ਆਰਥਿਕ ਪਾੜੇ ਨੂੰ ਘੱਟ ਕੀਤਾ ਜਾ ਸਕੇ ਅਤੇ ਜਾਤੀ, ਧਰਮ, ਖੇਤਰ ਅਤੇ ਲਿੰਗ ਆਦਿ ਦੇ ਭੇਦਭਾਵ ਵਿਰੁੱਧ ਲੜਨ ਵਿੱਚ ਸਹਾਇਤਾ ਮਿਲ ਸਕੇ। ਪਾਠਕ੍ਰਮ ਦਾ ਵਿਸ਼ਾ ਵਸਤੂ ਅਜਿਹਾ ਹੋਣਾ ਚਾਹੀਦਾ ਹੈ ਜਿਹੜਾ ਭਿੰਨਤਾਵਾਂ ਭਰੇ ਜੀਵਨ ਨੂੰ ਪ੍ਰੋਤਸਾਹਿਤ ਕਰਦਾ ਹੋਵੇ ਅਤੇ ਅਧਿਆਪਕ ਨੂੰ ਚਾਹੀਦਾ ਹੈ ਕਿ ਉਹ ਮੌਸਮ, ਤਾਪਮਾਨ, ਸੱਭਿਆਚਾਰ, ਆਰਥਿਕ ਅਤੇ ਸਮਾਜਿਕ ਹਾਲਾਤਾਂ ਦੇ ਸੰਦਰਭ ਵਿੱਚ ਭਿੰਨਤਾਵਾਂ ਦੇ ਕਾਰਨਾਂ ਨੂੰ ਵਿਦਿਆਰਥੀਆਂ ਦੇ ਸਾਹਮਣੇ ਰੱਖੇ। ਜੋ ਥਰਡ ਪੁਆਇੰਟ ਹੈ, ਪੂਰਵ ਸੇਵਾ ਟ੍ਰੇਨਿੰਗ ਅਤੇ ਸੇਵਾਕਾਲੀਨ ਦੇ ਦੌਰਾਨ ਅਧਿਆਪਕਾਂ ਵਿੱਚ ਲਿੰਗ ਸੰਵੇਦਨਸ਼ੀਲਤਾ ਉੱਤੇ ਜ਼ੋਰ ਦਿੱਤਾ ਜਾਵੇ। ਸਿੱਖਣ ਵਿੱਚ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨ ਵਾਲੇ ਵਿਦਿਆਰਥੀਆਂ ਦੀਆਂ ਔਕੜਾਂ ਨੂੰ ਸੂਚਨਾ ਅਤੇ ਟੈਕਨੋਲੋਜੀ ਦੀ ਵਰਤੋਂ ਦੁਆਰਾ ਦੂਰ ਕੀਤਾ ਜਾਵੇ। ਪੰਜਵਾਂ ਪੁਆਇੰਟ ਜੀ, ਸਾਇੰਸ ਕਲੱਬ ਦੀਆਂ ਕਿਰਿਆਵਾਂ ਜਿਵੇਂ ਪ੍ਰਦਰਸ਼ਨੀਆਂ ਅਤੇ ਵਿਗਿਆਨਿਕ ਯਾਤਰਾਵਾਂ ਆਦਿ ਸਮੇਂ ਸਾਰੇ ਹੀ ਵਿਦਿਆਰਥੀਆਂ ਨੂੰ ਭਾਗ ਲੈਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ ਅਤੇ ਬਰਾਬਰ ਮਹੱਤਵ ਦੇਣਾ ਚਾਹੀਦਾ ਹੈ। 6 ਪੁਆਇੰਟ ਹੈ, ਪ੍ਰਯੋਗਸ਼ਾਲਾ ਵਿੱਚ ਪ੍ਰੈਕਟੀਕਲ ਦਾ ਕੰਮ ਕਰਵਾਉਂਦੇ ਸਮੇਂ ਸਾਰੇ ਵਿਦਿਆਰਥੀਆਂ ਨੂੰ ਬਿਨਾਂ ਕਿਸੇ ਭੇਦਭਾਵ ਤੋਂ ਜ਼ਿੰਮੇਵਾਰੀਆਂ ਦੀ ਵੰਡ ਕਰਨੀ ਚਾਹੀਦੀ ਹੈ ਅਤੇ ਬਰਾਬਰ ਮਹੱਤਵ ਦੇਣਾ ਚਾਹੀਦਾ ਹੈ। 7 ਪੁਆਇੰਟ, ਸ਼੍ਰੇਣੀ ਵਿੱਚ ਪੜ੍ਹਾਉਂਦੇ ਸਮੇਂ ਅਧਿਆਪਕ ਨੂੰ ਅਜਿਹੀ ਭਾਸ਼ਾ ਦੀ ਵਰਤੋਂ ਕਰਨੀ ਚਾਹੀਦੀ ਹੈ ਜਿਹੜੀ ਸਾਰੇ ਵਿਦਿਆਰਥੀ ਦੀ ਸਮਝ ਵਿੱਚ ਆਉਂਦੀ ਹੋਵੇ ਜੀ। ਹਾਂਜੀ, ਇਹ ਕਲਾਸ ਸੀ ਆਪਣੀ ਵਿਗਿਆਨ ਬਰਾਬਰੀਕਰਨ ਦੇ ਸਾਧਨ ਵਜੋਂ। ਵਿਗਿਆਨ ਨੂੰ ਆਪਾਂ ਬਰਾਬਰੀਕਰਨ ਦੇ ਸਾਧਨ ਵਜੋਂ ਕਿਵੇਂ ਵਰਤ ਸਕਦੇ ਹਾਂ, ਇੱਕ ਵਾਰੀ ਫਿਰ ਤੋਂ ਇਸ ਦਾ ਆਪਾਂ ਥੋੜ੍ਹਾ ਪੜ੍ਹਦੇ ਹਾਂ ਕੀ ਪੜ੍ਹਿਆ ਆਪਾਂ। ਵਰਤਮਾਨ ਸਮੇਂ ਵਿੱਚ ਹੀ ਬਰਾਬਰਤਾ ਬਹੁਤ ਹੀ ਅਹਿਮ ਮਸਲਾ ਹੈ। ਇਸ ਨੂੰ ਪ੍ਰਾਪਤ ਕਰਨਾ ਸਾਡਾ ਉਦੇਸ਼ ਅਤੇ ਸੰਵਿਧਾਨਿਕ ਜ਼ਿੰਮੇਵਾਰੀ ਹੈ ਜੀ। ਬਰਾਬਰਤਾ, ਹਰ ਕੋਈ ਬਰਾਬਰਤਾ ਚਾਹੁੰਦਾ, ਤੁਹਾਨੂੰ ਪਤਾ ਹੀ ਹੈ ਹਰੇਕ ਕੰਮ 'ਚ। ਇਸ ਖੇਤਰ ਵਿੱਚ ਅਸੀਂ ਪਹਿਲਾਂ ਦੇ ਮੁਕਾਬਲੇ ਜੀ ਕੁਝ ਕੁ ਕਹਿੰਦੇ ਸਫਲਤਾ ਜ਼ਰੂਰ ਪ੍ਰਾਪਤ ਕੀਤੀ ਹੈ ਜੀ, ਪਰ ਹਾਲੇ ਵੀ ਬਹੁਤ ਕੁਝ ਕਰਨਾ ਬਾਕੀ ਹੈ ਜੀ। ਵਿਗਿਆਨ ਦੀ ਸਿੱਖਿਆ ਬਰਾਬਰੀਕਰਨ ਵਿੱਚ ਅਹਿਮ ਭੂਮਿਕਾ ਨਿਭਾ ਸਕਦੀ ਹੈ ਅਤੇ ਸਮਾਜਿਕ ਆਰਥਿਕ ਪਾੜੇ ਨੂੰ ਖਤਮ ਕਰਨ ਵਿੱਚ ਸਾਡੀ ਸਹਾਇਤਾ ਕਰ ਸਕਦੀ ਹੈ। ਵਿਗਿਆਨ ਦਾ ਗਿਆਨ ਹੀ ਲਿੰਗ ਭੇਦ, ਧਰਮ, ਜਾਤੀ ਅਤੇ ਖੇਤਰਵਾਦ ਪ੍ਰਤੀ ਸਾਡੀ ਪੱਖਪਾਤੀ ਸੋਚ ਨੂੰ ਬਦਲ ਸਕਦਾ ਹੈ। ਇਹ ਜੋ ਲੈਣਾ ਹੀ, ਵਿਗਿਆਨ ਦਾ ਗਿਆਨ ਲਿੰਗ ਭੇਦ, ਧਰਮ, ਜਾਤੀ ਅਤੇ ਖੇਤਰਵਾਦ ਪ੍ਰਤੀ ਸਾਡੀ ਪੱਖਪਾਤੀ ਸੋਚ ਨੂੰ ਬਦਲ ਸਕਦਾ ਹੈ। ਇਹ ਵਿਦਿਆਰਥੀਆਂ ਵਿੱਚ ਨਾ ਬਰਾਬਰੀ ਨਾਲ ਸੰਬੰਧਿਤ ਸਮਾਜਿਕ ਧਾਰਨਾਵਾਂ, ਵਿਸ਼ਵਾਸਾਂ ਅਤੇ ਅਮਲਾਂ ਵਿਰੁੱਧ ਪ੍ਰਸ਼ਨ ਉਠਾਉਣ ਦੀ ਸਮਰੱਥਾ ਦਾ ਵਿਕਾਸ ਕਰਦਾ ਹੈ। ਕਿਸੇ ਵੀ ਵਿਦਿਆਰਥੀ ਦੀਆਂ ਸਮਰੱਥਾਵਾਂ ਦਾ ਪੂਰਾ ਵਿਕਾਸ ਬਰਾਬਰੀ ਵਾਲੀ ਵਿੱਦਿਅਕ ਵਿਵਸਥਾ ਵਿੱਚ ਹੀ ਹੋ ਸਕਦਾ ਹੈ। ਬਰਾਬਰੀ ਵਾਲੀ ਵਿਵਸਥਾ ਵਿੱਚ ਹਰ ਬੱਚੇ ਲਈ ਗੁਣਵੱਤਾ ਭਰੀ ਸਿੱਖਿਆ ਯਕੀਨੀ ਹੋ ਸਕਦੀ ਹੈ, ਜਿਸ ਵਿੱਚ ਉਹਨਾਂ ਦੇ ਗਿਆਨ, ਹੁਨਰਾਂ ਦਾ ਵਿਕਾਸ ਹੁੰਦਾ ਹੈ ਅਤੇ ਉਹ ਸਮਾਜ ਵਿੱਚ ਇੱਕ ਜ਼ਿੰਮੇਵਾਰ ਨਾਗਰਿਕ, ਕਿਰਤੀ, ਮਾਤਾ ਪਿਤਾ ਅਤੇ ਲੀਡਰ ਵਜੋਂ ਆਪਣੀ ਭੂਮਿਕਾ ਨਿਭਾ ਸਕਦੇ ਹਨ। ਅਗਲੀਆਂ ਪੀੜ੍ਹੀਆਂ ਲਈ ਰੋਲ ਮਾਡਲ ਬਣ ਸਕਦੇ ਹਨ। ਇਸ ਦੁਆਰਾ ਵਿਦਿਆਰਥੀ ਆਪਣੀ ਪੂਰੀ ਸਮਰੱਥਾ ਦਾ ਵਿਕਾਸ ਕਰਦੇ ਹੋਏ ਆਪਣੇ ਵਿੱਦਿਅਕ ਟੀਚੇ ਨੂੰ ਪ੍ਰਾਪਤ ਕਰ ਲੈਂਦਾ ਜੀ। ਉਸ ਤੋਂ ਬਾਅਦ ਇਹ ਪੈਰਾ ਜੋ ਆਪਾਂ ਪਿੱਛੇ ਹੀ ਪੜ੍ਹਿਆ, ਸਾਡੇ ਸਮਾਜ ਵਾਂਗ ਹੀ ਸਾਡੇ ਸਕੂਲ ਵਿੱਚ ਵੀ ਭਿੰਨ ਵਿਦਿਆਰਥੀਆਂ ਦੇ ਪੱਖ ਤੋਂ ਭਿੰਨਤਾਵਾਂ ਭਰੀਆਂ ਹੋਈਆਂ ਨੇ। ਵਿਦਿਆਰਥੀ ਆਪਣੇ ਪਿਛੋਕੜ, ਭਾਸ਼ਾ ਅਤੇ ਧਰਮ, ਜਾਤੀ ਅਤੇ ਆਰਥਿਕਤਾ ਦੇ ਆਦਿ ਉੱਤੇ ਆਧਾਰ ਉੱਤੇ ਇੱਕ ਦੂਜੇ ਤੋਂ ਭਿੰਨ ਹੋ ਸਕਦੇ ਹਨ। ਸ਼੍ਰੇਣੀ ਵਿੱਚ ਕੁਝ ਵਿਦਿਆਰਥੀ ਪਹਿਲੀ ਪੀੜ੍ਹੀ ਦੇ ਸਿਖਿਆਰਥੀ ਵੀ ਹੋ ਸਕਦੇ ਹਨ, ਜਿਨ੍ਹਾਂ ਨੂੰ ਸਿੱਖਣ ਸੰਬੰਧੀ ਆਪਣੀਆਂ ਸਮੱਸਿਆਵਾਂ ਹੋ ਸਕਦੀਆਂ ਨੇ। ਇਹ ਸਾਰੇ ਕਾਰਕ ਵਿਦਿਆਰਥੀਆਂ ਵਿੱਚ ਨਾ ਬਰਾਬਰੀ ਦਾ ਕਾਰਨ ਬਣ ਜਾਂਦੇ ਹਨ। ਇਹ ਸਮੱਸਿਆ ਨਾਲ ਨਜਿੱਠਿਆ ਜਾ ਸਕਦਾ ਹੈ ਜੇਕਰ ਪਾਠਕ੍ਰਮ ਨੂੰ ਧਿਆਨ ਨਾਲ ਡਿਜ਼ਾਈਨ ਕੀਤਾ ਜਾਵੇ। ਪਾਠਕ੍ਰਮ ਅਜਿਹਾ ਹੋਵੇ ਜਿਹੜਾ ਸਥਾਨਿਕ ਵਾਤਾਵਰਨ ਅਤੇ ਸੱਭਿਆਚਾਰ ਨਾਲ ਬਹੁਤ ਨੇੜੇ ਤੋਂ ਜੁੜਿਆ ਹੋਵੇ। ਪੜ੍ਹਾਉਂਦੇ ਸਮੇਂ ਅਧਿਆਪਕ ਪੂਰੀ ਸੰਵੇਦਨਸ਼ੀਲਤਾ ਤੋਂ ਕੰਮ ਲੈਣ। ਸਕੂਲ ਦਾ ਮਾਹੌਲ ਅਜਿਹਾ ਹੋਵੇ ਜਿਸ ਵਿੱਚ ਵਿਭਿੰਨਤਾ ਦੀ ਕਦਰ ਕੀਤੀ ਜਾਂਦੀ ਹੋਵੇ। ਅਧਿਆਪਕ ਦੀ ਭਾਸ਼ਾ, ਪਾਠ ਸਮੱਗਰੀ, ਸ਼ਮੂਲੀਅਤ, ਜ਼ਿੰਮੇਵਾਰੀ ਦੀ ਵੰਡ ਕਰਨ ਦੀ ਪ੍ਰਕਿਰਿਆ ਅਜਿਹੀ ਹੋਵੇ ਜਿਸ ਵਿੱਚ ਹਰ ਵਿਦਿਆਰਥੀ ਸਤਿਕਾਰ ਅਤੇ ਸਵੈਮਾਨ ਕਾਇਮ ਰਹਿ ਸਕੇ। ਕਈ ਵਾਰ ਕਹਿੰਦੇ ਸਾਡੀਆਂ ਹੀ ਪੂਰਵ ਧਾਰਨਾਵਾਂ ਵੀ ਨਾ ਬਰਾਬਰੀ ਦਾ ਕਾਰਨ ਬਣ ਜਾਂਦੀਆਂ ਨੇ। ਕਈ ਵਾਰ ਅਧਿਆਪਕ ਹੀ ਕਿਸੇ ਖਾਸ ਖੇਤਰ, ਜਾਤੀਆਂ, ਧਰਮਾਂ ਦੇ ਬੱਚਿਆਂ ਬਾਰੇ ਪੱਖਪਾਤੀ ਧਾਰਨਾਵਾਂ ਦਾ ਸ਼ਿਕਾਰ ਹੋ ਜਾਂਦਾ ਹੈ। ਕਈ ਵਾਰ ਅਧਿਆਪਕ ਲੜਕੇ ਅਤੇ ਲੜਕੀਆਂ ਬਾਰੇ ਵੀ ਅਲੱਗ ਕਿਸਮ ਦੀਆਂ ਧਾਰਨਾਵਾਂ ਬਣਾ ਲੈਂਦੇ ਹਨ। ਇਸ ਖੇਤਰ ਵਿੱਚ ਹੋਈਆਂ ਖੋਜਾਂ ਦਰਸਾਉਂਦੀਆਂ ਹਨ ਕਿ ਵਿਗਿਆਨ ਦੀ ਸਿੱਖਿਆ ਵਿੱਚ ਦੋਵਾਂ ਦੀ ਪ੍ਰਾਪਤੀ ਬਰਾਬਰ ਹੁੰਦੀ ਹੈ। ਸੋ ਸ਼੍ਰੇਣੀ ਵਿੱਚ ਵਿਦਿਆਰਥੀਆਂ ਨੂੰ ਕੰਮ ਅਤੇ ਜ਼ਿੰਮੇਵਾਰੀਆਂ ਦੀ ਵੰਡ ਕਰਦੇ ਸਮੇਂ ਇਹ ਨਹੀਂ ਦੇਖਣਾ ਚਾਹੀਦਾ ਕਿ ਉਹ ਲੜਕਾ ਹੈ ਜਾਂ ਲੜਕੀ ਹੈ, ਸਗੋਂ ਦਿਲਚਸਪੀ ਅਤੇ ਯੋਗਤਾ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਕਿਸ ਚੀਜ਼ ਨੂੰ? ਦਿਲਚਸਪੀ ਅਤੇ ਯੋਗਤਾ ਨੂੰ। ਵਿਗਿਆਨ ਕੁਦਰਤ ਦਾ ਅਧਿਐਨ ਹੈ। ਇਸ ਵਿੱਚ ਕਿਸੇ ਤਰ੍ਹਾਂ ਦੇ ਪੱਖਪਾਤ ਜਾਂ ਨਾ ਬਰਾਬਰੀ ਦੀ ਕੋਈ ਸੰਭਾਵਨਾ ਨਹੀਂ ਹੈ, ਸਗੋਂ ਵਿਗਿਆਨ ਦੀ ਸਿੱਖਿਆ ਹੀ ਬਰਾਬਰੀਕਰਨ ਦਾ ਸਾਧਨ ਬਣ ਸਕਦੀ ਹੈ ਜੇਕਰ ਹੇਠ ਲਿਖੇ ਕੁਝ ਨਿਯੁਕਤਿਆਂ ਨੂੰ ਧਿਆਨ ਵਿੱਚ ਰੱਖਿਆ ਜਾਵੇ। ਪਹਿਲਾ ਜੋ ਨਿਯੁਕਤਾ ਇਹਨਾਂ ਨੇ ਦੱਸਿਆ, ਵਿਗਿਆਨ ਦੇ ਪਾਠਕ੍ਰਮ ਨੂੰ ਸਮਾਜਿਕ ਬਦਲਾਅ ਦੇ ਸਾਧਨ ਵਜੋਂ ਵਰਤਿਆ ਜਾਵੇ ਤਾਂ ਜੋ ਸਮਾਜਿਕ ਆਰਥਿਕ ਪਾੜੇ ਨੂੰ ਵੀ ਘੱਟ ਕੀਤਾ ਜਾ ਸਕੇ।
ਜਾਤੀ ਧਰਮ ਖੇਤਰ ਅਤੇ ਲਿੰਗ ਆਦਿ ਦੇ ਭੇਦਭਾਵ ਵਿਰੁੱਧ ਲੜਨ ਵਿੱਚ ਸਹਾਇਤਾ ਮਿਲ ਸਕੇ ਜੀ। ਦੂਸਰਾ ਪੁਆਇੰਟ ਜੋ ਪਹਿਲਾ ਪੁਆਇੰਟ ਹੈ, ਇਸ ਦਾ ਜੋ ਪਾਠਕ੍ਰਮ ਹੈ ਉਹਨੂੰ ਸਮਾਜਿਕ ਬਦਲਾਅ ਦੇ ਰੂਪ ਵਿੱਚ ਵਰਤਿਆ ਜਾਵੇ ਜੀ, ਤਾਂ ਜੋ ਸਮਾਜਿਕ ਆਰਥਿਕ ਪਾੜੇ ਨੂੰ ਘੱਟ ਕੀਤਾ ਜਾ ਸਕੇ ਅਤੇ ਜਾਤੀ ਧਰਮ ਖੇਤਰ ਅਤੇ ਲਿੰਗ ਆਦਿ ਦੇ ਭੇਦਭਾਵ ਵਿਰੁੱਧ ਲੜਨ ਵਿੱਚ ਹੀ ਸਹਾਇਤਾ ਮਿਲ ਸਕੇ। ਦੂਜਾ ਜੋ ਪੁਆਇੰਟ ਹੈ, ਪਾਠਕ੍ਰਮ ਦਾ ਵਿਸ਼ਾ ਵਸਤੂ ਅਜਿਹਾ ਹੋਣਾ ਚਾਹੀਦਾ ਜਿਹੜਾ ਭਿੰਨਤਾਵਾਂ ਭਰੇ ਜੀਵਨ ਨੂੰ ਪ੍ਰੋਤਸਾਹਿਤ ਕਰਦਾ ਹੋਵੇ। ਅਧਿਆਪਕ ਨੂੰ ਚਾਹੀਦਾ ਹੈ ਕਿ ਉਹ ਮੌਸਮ, ਤਾਪਮਾਨ, ਸੱਭਿਆਚਾਰ, ਆਰਥਿਕ ਅਤੇ ਸਮਾਜਿਕ ਹਾਲਾਤਾਂ ਦੇ ਸੰਦਰਭ ਵਿੱਚ ਭਿੰਨਤਾਵਾਂ ਦੇ ਕਾਰਨਾਂ ਨੂੰ ਵਿਦਿਆਰਥੀਆਂ ਸਾਹਮਣੇ ਰੱਖੇ ਜੀ। ਦੂਜਾ ਜੋ ਹੈ ਜੀ, ਪੂਰਵ ਸੇਵਾ ਟ੍ਰੇਨਿੰਗ ਅਤੇ ਸੇਵਾ ਕਲੀਨ ਦੇ ਦੌਰਾਨ ਅਧਿਆਪਕਾਂ ਵਿੱਚ ਲਿੰਗ ਸੰਵੇਦਨਸ਼ੀਲਤਾ ਉੱਤੇ ਜ਼ੋਰ ਦਿੱਤਾ ਜਾਵੇ ਜੀ। ਜੋ ਪੂਰਵ ਸੇਵਾ ਟ੍ਰੇਨਿੰਗ ਅਤੇ ਸੇਵਾ ਕਲੀਨ ਟ੍ਰੇਨਿੰਗ ਵਿੱਚ ਹੀ ਅਧਿਆਪਕਾਂ ਅਤੇ ਲਿੰਗ ਭੇਦ ਸੰਵੇਦਨਸ਼ੀਲਤਾ ਉੱਤੇ ਜ਼ੋਰ ਦਿੱਤਾ ਜਾਵੇ। ਫੋਰਥ ਪੁਆਇੰਟ ਜੋ ਸਿੱਖਣ ਵਿੱਚ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨ ਵਾਲੇ ਵਿਦਿਆਰਥੀਆਂ ਦੀਆਂ ਔਂਕੜਾਂ ਨੂੰ ਸੂਚਨਾ ਅਤੇ ਸੰਚਾਰ ਟੈਕਨੋਲੋਜੀ ICT ਜੋ ਆਪਣੇ ਫਸਟ ਈਅਰ 'ਚ ਸੀ ਦੀ ਵਰਤੋਂ ਦੁਆਰਾ ਦੂਰ ਕੀਤਾ ਜਾ ਸਕੇ। ਪੰਜਵਾਂ ਪੁਆਇੰਟ ਹੀ ਸਾਇੰਸ ਕਲੱਬ ਦੀਆਂ ਕਿਰਿਆਵਾਂ ਜਿਵੇਂ ਪ੍ਰਦਰਸ਼ਨੀਆਂ ਅਤੇ ਵਿਗਿਆਨਿਕ ਯਾਤਰਾਵਾਂ ਆਦਿ ਕਰਦੇ ਸਮੇਂ ਸਾਰੇ ਵਿਦਿਆਰਥੀਆਂ ਨੂੰ ਭਾਗ ਲੈਣ ਲਈ ਉਤਸ਼ਾਹਿਤ ਕਰਨਾ ਚਾਹੀਦਾ। ਬਰਾਬਰ ਦੇ ਮੌਕੇ ਦੇਣੇ ਚਾਹੀਦੇ ਜਦੋਂ ਵੀ ਕੋਈ ਪ੍ਰਦਰਸ਼ਨੀਆਂ ਅਤੇ ਯਾਤਰਾ 'ਤੇ ਜਾਂਦੇ ਆ ਜੀ, ਸਾਰਿਆਂ ਨੂੰ ਲੈ ਕੇ ਜਾਣਾ ਚਾਹੀਦਾ, ਭਾਵੇਂ ਉਹ ਲੜਕੀ ਹੈ ਭਾਵੇਂ ਲੜਕਾ ਹੈ ਜੀ। ਪ੍ਰਯੋਗਸ਼ਾਲਾ ਵਿੱਚ ਪ੍ਰੈਕਟੀਕਲ ਦਾ ਕੰਮ ਕਰਵਾਉਂਦੇ ਸਮੇਂ ਸਾਰੇ ਵਿਦਿਆਰਥੀਆਂ ਨੂੰ ਬਿਨਾਂ ਕਿਸੇ ਭੇਦਭਾਵ ਤੋਂ ਜ਼ਿੰਮੇਵਾਰੀ ਦੀ ਵੰਡ ਕਰਨੀ ਚਾਹੀਦੀ ਹੈ ਅਤੇ ਬਰਾਬਰ ਮਹੱਤਵ ਦੇਣਾ ਚਾਹੀਦਾ ਜੀ। ਸ਼੍ਰੇਣੀ ਵਿੱਚ ਪੜ੍ਹਾਉਂਦੇ ਸਮੇਂ ਅਧਿਆਪਕ ਨੂੰ ਅਜਿਹੀ ਭਾਸ਼ਾ ਦੀ ਵਰਤੋਂ ਕਰਨੀ ਚਾਹੀਦੀ ਹੈ ਜਿਹੜੀ ਸਾਰੇ ਵਿਦਿਆਰਥੀਆਂ ਦੀ ਸਮਝ ਵਿੱਚ ਆਉਂਦੀ ਹੋਵੇ ਜੀ। ਠੀਕ ਹੈ ਜੀ, ਇਹ ਆਪਣੀ ਕਲਾਸ ਅੱਜ ਨਹੀਂ ਜੋ 20ਵੀਂ ਕਲਾਸ ਹੈ ਇਹ ਖਤਮ ਹੋ ਗਈ ਹੈ ਅਤੇ ਇਸ ਤੋਂ ਆਪਣੇ ਬਾਅਦ ਆਪਣੀਆਂ 3 ਕਲਾਸਾਂ ਹੋਰ ਆਉਣਗੀਆਂ ਜੀ ਅਤੇ ਫਿਰ ਆਪਣਾ ਸਾਰਾ ਸਿਲੇਬਸ ਕਵਰ ਹੋ ਜਾਵੇਗਾ। ਅਤੇ ਲਾਸਟ 'ਤੇ ਤੁਹਾਨੂੰ ਇੱਕ ਮੈਂ ਸੋਲਵਡ ਪੇਪਰ ਕਰਾ ਦੂੰਗਾ ਜੋ ਪਿਛਲੇ ਸਾਲ ਦਾ, ਸੋਲਵ ਵੀ ਕਰਕੇ ਦੱਸ ਦੂੰਗਾ ਕਿਸ ਤਰ੍ਹਾਂ ਤੁਸੀਂ 10 ਨੰਬਰ ਵਾਲਾ ਕੁਐਸਚਨ ਲਿਖਣਾ ਹੈ, ਕਿਸ ਤਰ੍ਹਾਂ 3 ਨੰਬਰ ਵਾਲਾ ਅਤੇ ਕਿਸ ਤਰ੍ਹਾਂ 1 ਨੰਬਰ ਵਾਲੇ ਸਾਰੇ ਕੁਐਸਚਨ ਕਰਨੇ ਹਨ, ਉਹ ਤੁਹਾਨੂੰ ਦੱਸ ਦੂੰਗਾ ਜੀ ਅਤੇ ਦੱਸ ਦੇਵਾਂਗੇ। ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਜੇ ਨਹੀਂ ਕੀਤਾ ਜੀ, ਵੀਡੀਓ ਨੂੰ ਸ਼ੇਅਰ ਕਰ ਦਿਓ ਵੱਧ ਤੋਂ ਵੱਧ। ETT ਫਸਟ ਜਾਂ ਸੈਕਿੰਡ ਈਅਰ ਦੇ ਤੁਸੀਂ ਸਟੂਡੈਂਟ ਹੋ, ਤੁਹਾਨੂੰ ਇੱਥੇ ETT ਫਸਟ ਔਰ ਸੈਕਿੰਡ ਈਅਰ ਦੀਆਂ ਸਾਰੇ ਸਬਜੈਕਟਾਂ ਦੀਆਂ ਵੀਡੀਓ ਮਿਲ ਜਾਣਗੀਆਂ ਜੀ। ਥੈਂਕ ਯੂ ਜੀ।